Hello students, in this lecture we discuss chapter number 8, Theory of Costs. The firm decision on profit maximizing output depends on the behavior of its costs as well as on the behavior of its revenue. ਇੱਕ ਫਰਮ ਨੂੰ ਇਹ ਕਿਵੇਂ ਪਤਾ ਲੱਗਦਾ ਕਿ ਉਸਨੂੰ ਪ੍ਰੋਫਿਟ ਹੋਏਗਾ ਜਾਂ ਲਾਸ ਹੋਏਗਾ, ਉਹ ਕਿਸ ਚੀਜ਼ 'ਤੇ ਡਿਪੈਂਡ ਕਰਦਾ। ਇੱਕ ਫਰਮ ਜਿਸ ਚੀਜ਼ ਦਾ ਆਊਟਪੁੱਟ ਕਰਦੀ ਆ ਉਸ ਆਊਟਪੁੱਟ ਨੂੰ ਪ੍ਰੋਡਕਸ਼ਨ ਕਰਨ ਦੇ ਲਈ ਜਿੰਨੀ ਕੋਸਟ ਲੱਗਦੀ ਆ ਤਾਂ ਉਸ ਆਊਟਪੁੱਟ ਨੂੰ ਸੇਲ ਕਰਕੇ ਜਿੰਨੀ ਰੈਵਨਿਊ ਮਿਲਦੀ ਆ ਉਹਨਾਂ ਦੋਨਾਂ ਦੇ ਡਿਫਰੈਂਸ ਤੋਂ ਸਾਨੂੰ ਪਤਾ ਲੱਗਦਾ ਕਿ ਇੱਕ ਫਰਮ ਨੂੰ ਪ੍ਰੋਫਿਟ ਹੋ ਰਿਹਾ ਜਾਂ ਲਾਸ। In order to produce a good, every firm make use of various factor and non-factor inputs। ਜਦੋਂ ਵੀ ਕੋਈ ਫਰਮ ਕੋਈ ਪ੍ਰੋਡਕਸ਼ਨ ਕਰਦੀ ਹੈ ਬਹੁਤ ਸਾਰੇ ਫੈਕਟਰਸ ਅਤੇ ਨੋਨ ਫੈਕਟਰਸ ਨੂੰ ਯੂਜ਼ ਕਰਦੀ ਹੈ ਫॉर ਪ੍ਰੋਡਕਸ਼ਨ ਦੇ ਲਈ। ਇਹਨਾਂ ਫੈਕਟਰਸ ਆਫ ਪ੍ਰੋਡਕਸ਼ਨ ਦੇ ਉੱਪਰ ਜਿਹੜਾ ਅਮਾਊਂਟ ਸਪੈਂਡ ਕੀਤਾ ਜਾਂਦਾ ਆ ਉਸਨੂੰ ਬੋਲਿਆ ਜਾਂਦਾ ਕੋਸਟ ਆਫ ਫੈਕਟਰਸ ਆਫ ਪ੍ਰੋਡਕਸ਼ਨ। The firm's money expenditure on inputs is only a part of the cost picture. There are different concepts of cost like money cost, real cost, opportunity cost, and social cost. Concept of cost. First point is money or nominal cost. The amount spent in term of money for the production of a commodity is called money cost. ਜਦੋਂ ਅਸੀਂ ਕਿਸੇ ਚੀਜ਼ ਦਾ ਪ੍ਰੋਡਕਸ਼ਨ ਕਰਦੇ ਹਾਂ, ਠੀਕ ਆ, ਉਸ ਕੋਮੋਡਿਟੀ ਦੇ ਪ੍ਰੋਡਕਸ਼ਨ ਦੇ ਲਈ ਜਦੋਂ ਅਸੀਂ ਮਨੀ ਦੇ ਰੂਪ ਵਿੱਚ ਇਨ ਟਰਮ ਆਫ ਮਨੀ ਦੇ ਵਿੱਚ ਜਦੋਂ ਅਸੀਂ ਪੈਸਾ ਖਰਚ ਕਰਦੇ ਹਾਂ ਉਸਨੂੰ ਬੋਲਦੇ ਆ ਮਨੀ ਕੋਸਟ। ਦ ਟਰਮ ਮਨੀ ਕੋਸਟ ਇਨਕਲੂਡਸ ਦੀ ਫੋਲੋਇੰਗ ਐਕਸਪੈਂਸਿਸ: ਵੇਜ ਪੇਡਸ ਟੂ ਦੀ ਲੇਬਰਸ, ਇੰਟਰਸਟ ਔਨ ਲੋਨਸ, rent paid for premises, expenditure on raw material and machineries, insurance, taxes, payments for power, light and fuel, ਟਰਾਂਸਪੋਰਟੇਸ਼ਨ ਚਾਰਜਸ ਐਕਸੈਕਟਰਾ। ਇਹ ਸਾਰੇ ਕੀ ਆ ਕਿ ਇਹਨਾਂ ਨੂੰ ਅਸੀਂ ਐਜ਼ ਏ ਮਨੀ ਦੇ ਰੂਪ ਵਿੱਚ ਪੈਸਾ ਪੇ ਕਰਦੇ ਹਾਂ, ਦੈਟ ਇਜ਼ ਮਨੀ ਕੋਸਟ। ਨੈਕਸਟ ਇਜ਼ ਰੀਅਲ ਕੋਸਟ। The mental and physical efforts and sacrifice undergone with a view to producing a commodity are its real cost. In other words, real cost refers to the pains, discomforts, and disutility involved in supplying the factors of production by their owners। ਜਦੋਂ ਕਿਸੇ ਓਨਰਸ ਨੂੰ ਕਿ ਫੈਕਟਰਸ ਆਫ ਪ੍ਰੋਡਕਸ਼ਨ ਦੀ ਸਪਲਾਈ ਵਿੱਚ ਜੋ ਪੇਨਸ ਅਤੇ ਡਿਸਕੰਫਰਟਸ ਸਹਿਣੇ ਕਰਨੇ ਪੈਂਦੇ ਉਸਨੂੰ ਰੀਅਲ ਕੋਸਟ ਕਿਹਾ ਜਾਂਦਾ ਆ। ਰੀਅਲ ਕੋਸਟ ਦਾ ਜਿਹੜਾ ਕਨਸੈਪਟ ਹੈ ਇੱਕ ਸਬਜੈਕਟਿਵ ਕਨਸੈਪਟ ਹੈ, ਇੱਕ ਪ੍ਰੈਕਟੀਕਲੀ ਸਿਗਨੀਫਿਕੈਂਸ ਨਹੀਂ ਹੈਗਾ। ਇਨ ਸ਼ੋਰਟ ਜਿਹੜਾ ਰੀਅਲ ਕੋਸਟ ਆ ਉਸਨੂੰ ਅਸੀਂ ਇਨ ਟਰਮ ਆਫ ਮਨੀ ਵਿੱਚ ਐਕਸਪ੍ਰੈਸ ਨਹੀਂ ਕਰਦੇ। ਇਟ ਇਜ਼ ਐਕਸਪ੍ਰੈਸ ਇਨ ਟਰਮ ਆਫ ਐਫਰਟਸ ਕਿ ਅਸੀਂ ਚੀਜ਼ ਦਾ ਪ੍ਰੋਡਕਸ਼ਨ ਕਰਨ ਦੇ ਲਈ ਜਿਹੜਾ ਐਫਰਟਸ ਕਰਦੇ ਹਾਂ। ਫੋਰ ਐਗਜ਼ਾਮਪਲ, ਇੱਕ ਵਰਕਰ ਆ ਉਹ ਵਰਕ ਕਰਦਾ ਫੋਰ 8 ਆਵਰਸ ਟੂ ਪ੍ਰੋਡਿਊਸ ਅ ਟੋਏ। ਇੱਕ ਟੋਏ ਨੂੰ ਬਣਾਉਣ ਲਈ ਉਹ 8 ਆਵਰਸ ਕੰਮ ਕਰਦਾ, ਠੀਕ ਆ। 8 ਆਵਰਸ ਕੀ ਹੈ ਇੱਥੇ ਰੀਅਲ ਕੋਸਟ। ਜੋ ਰੀਅਲ ਕੋਸਟ ਨੂੰ ਅਸੀਂ ਇਨ ਟਰਮ ਆਫ ਮਨੀ ਨਹੀਂ, ਇਨ ਟਰਮ ਆਫ ਐਫਰਟਸ ਦੇ ਰੂਪ ਵਿੱਚ ਸ਼ੋ ਕਰਦੇ ਹਾਂ। ਇਸ ਲਈ ਜਿਹੜਾ ਰੀਅਲ ਕੋਸਟ ਦਾ ਕਨਸੈਪਟ ਆ ਇੱਕ ਸਬਜੈਕਟਿਵ ਕਨਸੈਪਟ ਆ। ਨੈਕਸਟ ਇਜ਼ ਅਕਾਊਂਟਿੰਗ ਕੋਸਟ ਔਰ ਬਿਜ਼ਨਸ ਕੋਸਟ। Accounting cost refers to cash payments which firms make for factor and non-factor inputs, depreciation and other bookkeeping entries। ਜਦੋਂ ਕੋਈ ਫਰਮਸ ਫੈਕਟਰਸ, ਨੋਨ ਫੈਕਟਰ ਇਨਪੁਟਸ ਅਤੇ ਡੈਪਰੀਸੀਏਸ਼ਨ ਦੇ ਲਈ ਅਤੇ ਅਦਰ ਬੁੱਕ ਕੀਪਿੰਗ ਐਂਟਰੀਜ਼ ਦੇ ਲਈ ਜਿਹੜੀ ਪੇਮੈਂਟ ਕਰਦੀ ਆ ਉਸ ਚੀਜ਼ ਨੂੰ ਕੀ ਕਿਹਾ ਜਾਂਦਾ? ਅਕਾਊਂਟਿੰਗ ਕੋਸਟ ਜਾਂ ਬਿਜ਼ਨਸ ਕੋਸਟ ਕਿਹਾ ਜਾਂਦਾ। ਇਸ ਨੂੰ ਅਸੀਂ ਐਕਚੁਅਲ ਕੋਸਟ, ਐਕੁਆਜੀਸ਼ਨ ਕੋਸਟ, ਐਬਸੋਲੂਟ ਕੋਸਟ ਔਰ ਐਕਸਪਲੀਸਿਟ ਕੋਸਟ ਔਰ ਡਾਇਰੈਕਟ ਕੋਸਟ ਵੀ ਕਿਹਾ ਜਾਂਦਾ ਅਕਾਊਂਟਿੰਗ ਕੋਸਟ ਨੂੰ। ਨੈਕਸਟ ਇਜ਼ ਡੈਪਰੀਸੀਏਸ਼ਨ। ਜਦੋਂ ਕਿਸੇ ਡੈਪਰੀਸੀਏਸ਼ਨ ਕੋਸਟ ਕੀ ਹੁੰਦੀ ਹੈ ਕਿ ਜਦੋਂ ਸਪੋਜ਼ ਇੱਕ ਕੋਈ ਮਸ਼ੀਨ ਆ, ਜਦੋਂ ਉਸਨੂੰ ਅਸੀਂ ਕੰਟੀਨਿਊਸਲੀ ਯੂਜ਼ ਕਰਦੇ ਜਾਂਦੇ ਹਾਂ, ਠੀਕ, ਉਸ ਵਿੱਚ ਹੌਲੀ ਹੌਲੀ ਉਹਦੀ ਜਿਹੜੀ ਪ੍ਰੋਡਕਟੀਵਿਟੀ ਘੱਟਦੀ ਜਾਂਦੀ। ਦੈਟ ਮੀਨਸ ਕਿ ਉਹਦਾ ਪ੍ਰੋਡਕਸ਼ਨ ਕਰਨਾ ਹੌਲੀ ਹੌਲੀ ਘੱਟ ਹੋ ਜਾਂਦਾ ਬਿਕੋਜ਼ ਉਹ ਹੌਲੀ ਹੌਲੀ ਖਰਾਬ ਹੋਣਾ ਸ਼ੁਰੂ ਕਰ ਜਾਂਦੀ ਆ। ਉਸ ਚੀਜ਼ ਨੂੰ ਮੈਨੇਜ ਕਰਨ ਦੇ ਲਈ, ਸਹੀ ਕਰਨ ਦੇ ਲਈ ਜਿਹੜੀ ਕੋਸਟ ਲਿੱਤੀ ਉਸਨੂੰ ਡੈਪਰੀਸੀਏਸ਼ਨ ਕੋਸਟ ਕਿਹਾ ਜਾਂਦਾ ਹੈ। ਨੈਕਸਟ ਇਜ਼ ਓਪਰਚੁਨਿਟੀ ਕੋਸਟ। Opportunity cost. The opportunity cost is the cost of next best alternative foregone. It is also called alternative cost.
opportunity cost of producing 1 unit of commodity X in the amount of commodity Y that must be sacrificed in order to use resource to produce X rather than Y. That opportunity cost ਕੀ ਹੈ ਕਿ ਜਦੋਂ ਅਸੀਂ ਕਿਸੇ ਗੁੱਡਸ ਨੂੰ ਪ੍ਰੋਡਿਊਸ ਕਰਨ ਦੇ ਲਈ ਕਿ ਜਿਹੜੇ ਫੈਕਟਰਸ ਆਫ ਪ੍ਰੋਡਕਸ਼ਨ ਸਾਨੂੰ ਐਕਸ ਐਂਡ ਵਾਈ ਗੁੱਡਸ ਦੋਨਾਂ ਲਈ ਚਾਹੀਦੇ ਪ੍ਰੋਡਕਸ਼ਨ ਕਰਨ ਦੇ ਲਈ ਅਸੀਂ ਚਾਹੁੰਦੇ ਹਾਂ ਕਿ ਐਕਸ ਗੁੱਡਸ ਦਾ ਪ੍ਰੋਡਕਸ਼ਨ ਜ਼ਿਆਦਾ ਕਰੀਏ ਇਸ ਲਈ ਕਿ ਸਾਨੂੰ ਵਾਈ ਗੁੱਡਸ ਦਾ ਸੈਕਰੀਫਾਈਸ ਕਰਨਾ ਪਏਗਾ ਉਹਨਾਂ ਦੇ ਪ੍ਰੋਡਕਸ਼ਨ ਦੇ ਲਈ ਕਿਉਂਕਿ ਅਸੀਂ ਰਿਸੋਰਸ ਕਿਸ ਲਈ ਯੂਜ਼ ਕਰ ਰਹੇ ਹਾਂ ਐਕਸ ਗੁੱਡਸ ਦਾ ਪ੍ਰੋਡਕਸ਼ਨ ਕਰਨ ਦੇ ਲਈ ਦੈਟ ਇਜ਼ ਨੋਨ ਐਜ਼ ਓਪਰਚੁਨਿਟੀ ਕਾਸਟ In terms of money, opportunity cost is referred as a transfer earning. ਸਪੋਜ਼ ਕਿ ਇੱਕ ਵਾਚਮੈਨ ਆ ਉਹ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਠੀਕ ਹੈ ਉਸਨੂੰ 7000 ਪਰ ਮੰਥ ਵੇਜ ਮਿਲਦੀ ਆ ਉਹ ਕਿਸੇ ਦੂਸਰੀ ਫੈਕਟਰੀ ਵੱਲ ਤਾਂ ਹੀ ਮੂਵ ਕਰੂੰਗਾ ਅਗਰ ਉਸਨੂੰ 7000 ਪਰ ਮੰਥ ਮਿਲੂਗੀ ਜਾਂ ਉਸ ਤੋਂ ਜ਼ਿਆਦਾ ਵੇਜ ਮਿਲੇਗੀ ਦੈਟ ਮੀਨਸ ਕਿ ਇੱਕ ਲੇਬਰ ਦੀ ਟਰਾਂਸਫਰ ਅਰਨਿੰਗ ਕੀ ਆ ਉਸ ਵਾਚਮੈਨ ਦੀ 7000 ਮਿਨੀਮਮ 7000 ਆ ਦੈਟ ਇਜ਼ ਕੀ ਆ ਟਰਾਂਸਫਰ ਅਰਨਿੰਗ In other words, the amount of money which any particular units could earn in its best paid alternative use is called its transfer earning. Next is economic cost. In economic analysis, economic cost includes both accounting cost and opportunity cost of self-owned and self-employed resources. For example, consider the economic cost of a year's college education. Suppose ਕਿ ਇੱਕ ਸਟੂਡੈਂਟ ਆ ਠੀਕ ਆ 1 ਸਾਲ ਵਿੱਚ ਕਾਲਜ ਲਈ ਐਜੂਕੇਸ਼ਨ ਲਈ ਜਾਂਦਾ ਉਸਨੂੰ ਉੱਥੇ ਜਾ ਕੇ ਟਿਊਸ਼ਨ ਹੋਸਟਲ ਅਤੇ ਅਦਰ ਐਕਸਪੈਂਸਿਸ ਜੋ ਵੀ ਆ ਉਹਦੇ 6000 ਆ ਪਰ ਈਅਰ ਦੈਟ ਮੀਨਸ ਕਿ ਅਕਾਊਂਟਿੰਗ ਕੋਸਟ ਫॉर ਦਾ ਈਅਰ ਕੀ ਉਹ ਸਟੂਡੈਂਟ ਦੀ 6000 ਆ ਇਸ ਬਟ ਇਕਨੋਮਿਕ ਕੋਸਟ ਦੇ ਵਿੱਚ ਅਸੀਂ ਅਕਾਊਂਟਿੰਗ ਕੋਸਟ ਦੇ ਨਾਲ ਨਾਲ ਜਿਹੜੀ ਓਪਰਚੁਨਿਟੀ ਕੋਸਟ ਦੈਟ ਮੀਨਸ ਫੋਰਗੋਨ ਇਨਕਮ ਨੂੰ ਉਸਨੂੰ ਵੀ ਇਨਕਲੂਡ ਕੀਤਾ ਜਾਂਦਾ ਆ ਦੈਟ ਮੀਨਸ ਕਿ ਅਗਰ ਕਹਿੰਦੇ ਉਹ ਸਟੂਡੈਂਟਸ ਕਾਲਜ ਵਿੱਚ ਕਲਾਸਿਸ ਅਟੈਂਡ ਕਰਨ ਦੀ ਜਗ੍ਹਾ ਅਗਰ ਉਸ ਆਪਣੇ ਟਾਈਮ ਅਤੇ ਮਨੀ ਨੂੰ ਕਿਸੇ ਦੂਸਰੀ ਅਲਟਰਨੇਟਿਵ ਮਤਲਬ ਕਿ ਦੂਸਰੀ ਓਪਰਚੁਨਿਟੀ 'ਤੇ ਸਪੈਂਡ ਕਰਦਾ ਲਾਈਕ ਅਗਰ ਉਹ ਕੀ ਕਰਦਾ ਜੋਬ ਕਰਦਾ ਅਗਰ ਉਹ ਕੋਈ ਕੰਮ ਕਰਦਾ ਤਾਂ ਉਸਨੂੰ ਸਪੋਜ਼ ਉਸਨੂੰ ਕਿ 5000 ਇਨਕਮ ਮਿਲਦੀ ਹੈ ਕਾਲਜ ਅਟੈਂਡ ਕਰਨ ਦੀ ਜਗ੍ਹਾ ਅਗਰ ਉਹ ਆਪਣੇ 6000 ਜਿਹੜੀ ਉਸਨੇ ਕਾਲਜ ਵਿੱਚ ਫੀਸ ਪੇ ਕੀਤੀ ਆ ਅਗਰ ਉਸਨੂੰ ਡਿਪੋਜ਼ਿਟ ਕਰਵਾ ਦਿੰਦਾ ਸੇਵਿੰਗ ਅਕਾਊਂਟ ਦੇ ਵਿੱਚ ਉਸਨੂੰ 5% ਉਸ 'ਤੇ ਇੰਟਰਸਟ ਮਿਲਦਾ ਦੈਟ ਮੀਨਸ ਉਸਨੂੰ ਕੀ ਮਿਲਦਾ ਤਾਂ 300 ਫੋਰ ਦਾ ਈਅਰ ਮਿਲਦਾ ਇੰਟਰਸਟ ਉੱਤੇ ਜੋ ਕਿ ਉਸਨੇ 6000 ਕਾਲਜ ਨੂੰ ਪੇ ਕੀਤਾ ਇਸ ਤਰ੍ਹਾਂ ਜਿਹੜਾ ਅਕਾਊਂਟਿੰਗ ਕੋਸਟ ਆ ਇਕਨੋਮਿਕ ਕੋਸਟ ਦੇ ਵਿੱਚ ਮੋਨੇਟਰੀ ਆਊਟਲੇ ਦੇ ਨਾਲ ਨਾਲ ਫੋਰਗੋਨ ਵੇਜਸ ਐਂਡ ਫੋਰਗੋਨ ਇੰਟਰਸਟਸ ਨੂੰ ਵੀ ਇਨਕਲੂਡ ਕੀਤਾ ਜਾਂਦਾ ਹੈ ਦੈਟਸ ਵਾਈ ਇਕਨੋਮਿਕ ਕੋਸਟ ਇਨਕਲੂਡਸ ਬੋਥ ਅਕਾਊਂਟਿੰਗ ਕੋਸਟ ਐਂਡ ਓਪਰਚੁਨਿਟੀ ਕੋਸਟ ਦੈਟ ਮੀਨਸ ਕਿ ਇੱਕ ਸਟੂਡੈਂਟਸ ਕਹਿੰਦੇ ਕਾਲਜ ਵਿੱਚ ਜੋ ਜਾਂਦਾ ਉਹ ਜੋ ਵੀ ਫੀਸ ਟਿਊਸ਼ਨ ਫੀਸ ਵਗੈਰਾ ਪੇ ਕਰਦਾ ਦੈਟ ਇਜ਼ ਮੋਨੇਟਰੀ ਆਊਟਲੇ ਠੀਕ ਆ ਜਿਹੜੀ ਉਹ ਉੱਥੇ ਪੇ ਕਰਦਾ ਦੈਟ ਇਜ਼ 6000 ਆ ਬਟ ਕਹਿੰਦੇ ਕਿ ਅਗਰ ਉਹ ਕਾਲਜ ਅਟੈਂਡ ਕਰਨ ਦੀ ਜਗ੍ਹਾ ਉਹੀ ਟਾਈਮ ਅਤੇ ਮਨੀ ਨੂੰ ਕਿਸੇ ਹੋਰ ਜਗ੍ਹਾ ਲਗਾਉਂਦਾ ਅਤੇ ਉਸ ਨਾਲ ਕੀ ਹੋਣਾ ਸੀ ਲਾਈਕ ਅਗਰ ਉਹ ਜੋਬ ਕਰਦਾ ਤਾਂ ਉਸਨੂੰ 5000 ਇਨਕਮ ਹੋਣੀ ਸੀ ਉਹ 6000 ਡਿਪੋਜ਼ਿਟ ਕਰਾ ਦਿੰਦਾ ਸੇਵਿੰਗ ਅਕਾਊਂਟ ਦੇ ਵਿੱਚ ਉਸਨੂੰ 5% ਇੰਟਰਸਟ ਹੋਣਾ ਸੀਗਾ ਠੀਕ ਹੈ ਇਸ ਲਈ ਨਾ ਸਾਰੀ ਕੋਸਟ ਨੂੰ ਇਨਕਲੂਡ ਕੀਤਾ ਜਾਂਦਾ ਇਕਨੋਮਿਕ ਕੋਸਟ ਦੇ ਵਿੱਚ ਦੈਟ ਮੀਨਸ ਇਕਨੋਮਿਕ ਕੋਸਟ ਇਨਕਲੂਡਸ ਬੋਥ ਅਕਾਊਂਟਿੰਗ ਕੋਸਟ ਐਂਡ ਓਪਰਚੁਨਿਟੀ ਕੋਸਟ ਦੈਟ ਮੀਨਸ ਕਿ ਅਗਰ ਉਹ ਕਾਲਜ ਨਾ ਜਾਂਦਾ ਜੋਬ ਕਰਦਾ ਐਂਡ ਆਪਣੀ ਇਸ ਇਨਕਮ ਨੂੰ ਸੇਵਿੰਗ ਦੇ ਵਿੱਚ ਰੱਖਦਾ वो की है थोड़ी opportunity cost है next is social cost the social cost is the total cost to society of an economic activity like अगर किसी फर्म की economic activity ਦੇ ਕਾਰਨ like such as pollution ਹੁੰਦਾ noise pollution ਹੁੰਦਾ ਉਹਦੇ ਨਾਲ ਕੀ ਆ ਕਿ ਸਿਰਫ ਫਰਮ ਹੀ ਉਸਦੀ ਕੋਸਟ ਨਹੀਂ ਪੇ ਕਰਦੀ ਪੂਰੀ ਸੁਸਾਇਟੀ ਨੂੰ ਉਸਦੀ ਕੋਸਟ ਪੇ ਕਰਨੀ ਪੈਂਦੀ ਹੈ ਲਾਈਕ ਅਗਰ ਪੋਲਿਊਸ਼ਨ ਆ ਉਸਦਾ ਇਫੈਕਟ ਤਾਂ ਸਾਰਿਆਂ ਦੀ ਹੈਲਥ 'ਤੇ ਪੈਂਦਾ ਦੈਟ ਮੀਨਸ ਉਹ ਜਿਹੜੀ ਇੱਕ ਕੋਸਟ ਪੇ ਕਰਨੀ ਪੈਂਦੀ ਉਹ ਕੀ ਇੱਕ ਸੋਸ਼ਲ ਕੋਸਟ ਆ ਜਿਹੜੀ ਇੰਡੀਵਿਜੂਅਲ ਕੋਸਟ ਆ ਉਹ ਇੰਡੀਵਿਜੂਅਲ ਫਰਮਸ 'ਤੇ ਹੀ ਪੈਂਦੀ ਆ ਬਟ ਸੋਸ਼ਲ ਕੋਸਟ is borne by the society as a whole like the cost people have to bear on account of water pollution and noise pollution
ਫੋਰ ਐਗਜ਼ਾਮਪਲ ਕੋਈ ਵੀ ਮੈਨੂਫੈਕਚਰਿੰਗ ਫਰਮ ਆ, ਠੀਕ ਹੈ, ਟੈਕਸਟਾਈਲ ਮਿਲਸ ਹੋ ਗਈਆਂ, ਉਹਨਾਂ ਵਿੱਚੋਂ ਜੋ ਵੀ ਪੋਲਿਊਸ਼ਨ ਹੁੰਦਾ, ਏਅਰ ਪੋਲਿਊਸ਼ਨ ਹੁੰਦਾ, ਉਹਦੇ ਨਾਲ ਕੀ ਹੁੰਦਾ ਕਿ ਲੋਕਾਂ ਦੀ ਹੈਲਥ ਉੱਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ। ਲੋਕਾਂ ਨੂੰ ਆਪਣੇ ਟਰੀਟਮੈਂਟ ਦੇ ਲਈ, ਮੈਡੀਕਲ ਟਰੀਟਮੈਂਟ ਦੇ ਲਈ ਉਸਦੇ ਉੱਪਰ ਬਹੁਤ ਜ਼ਿਆਦਾ ਐਕਸਪੈਂਸਿਸ ਖਰਚ ਕਰਨੇ ਪੈਂਦੇ ਆ, ਜਿਹੜਾ ਕੀ ਆ ਉਹ ਕੀ ਇੱਕ ਸੋਸ਼ਲ ਕੋਸਟ ਆ। ਨੈਕਸਟ ਇਜ਼ private cost. Private cost is the cost incurred by an individual firm for producing a commodity. It includes both the explicit cost as well as implicit cost. ਜਦੋਂ ਇੱਕ ਫਰਮ ਕੋਈ ਪ੍ਰੋਡਕਸ਼ਨ ਕਰਦੀ ਹੈ ਕਿਸੇ ਚੀਜ਼ ਦਾ, ਇੱਕ ਇੰਡੀਵਿਜੂਅਲ ਫਰਮ ਉਸ ਚੀਜ਼ ਦੇ ਲਈ, ਪ੍ਰੋਡਕਸ਼ਨ ਦੇ ਲਈ ਜਿਹੜੀ ਮੋਨੇਟਰੀ ਰੂਪ ਦੇ ਵਿੱਚ ਜਿਹੜਾ ਮਨੀ ਪੇ ਕਰਦੀ ਉਸਨੂੰ ਬੋਲਿਆ ਜਾਂਦਾ ਹੈ ਪ੍ਰਾਈਵੇਟ ਕਾਸਟ। ਲਾਈਕ ਲੇਬਰ ਦੇ ਲਈ ਵੇਜ ਦਿੰਦੀ ਆ, ਰॉ ਮਟੀਰੀਅਲ ਲਈ ਪੈਸੇ ਦਿੰਦੀ ਆ, ਇਲੈਕਟ੍ਰੀਕਲ ਪਾਵਰ ਦੇ ਲਈ, ਉਹ ਸਾਰੇ ਕੀ ਆ ਐਕਸਪਲੀਸਿਟ ਕਾਸਟ ਆ। ਐਂਡ ਪ੍ਰਾਈਵੇਟ ਕਾਸਟ ਦੇ ਵਿੱਚ ਅਸੀਂ ਐਕਸਪਲੀਸਿਟ ਕਾਸਟ ਅਤੇ ਇੰਪਲੀਸਿਟ ਕਾਸਟ ਨੂੰ ਐਡ ਕੀਤਾ ਜਾਂਦਾ ਹੈ। Next is explicit cost. Many inputs are bought or hired by the firm. The monetary payment which a firm makes to those outsiders who supply labor, services, material, fuel, transportation services, power, and so forth, they are called explicit cost. ਜਦੋਂ ਇੱਕ ਫਰਮ ਕਿਸੇ ਚੀਜ਼ ਜਾਂ ਕਿਸੇ ਗੁਡਸ ਦਾ ਪ੍ਰੋਡਕਸ਼ਨ ਕਰਦੀ ਆ ਤਾਂ ਬਹੁਤ ਸਾਰੇ ਇਨਪੁਟਸ ਅਤੇ ਫੈਕਟਰਸ ਆਫ ਪ੍ਰੋਡਕਸ਼ਨ ਨੂੰ ਹਾਇਰਸ ਕਰਦੀ ਆ, ਮਸ਼ੀਨਰੀਜ਼ ਨੂੰ ਹਾਇਰਸ ਕਰਦੀ ਆ, ਠੀਕ ਹੈ। ਜਿਹੜੀ ਮੋਨੇਟਰੀ ਪੇਮੈਂਟ ਕਰਦੀ ਆ ਉਹ ਆਊਟਸਾਈਡਰਸ ਨੂੰ ਇਹਨਾਂ ਸਾਰੀ ਗੁਡਸ, ਇਹਨਾਂ ਸਾਰੀਆਂ ਚੀਜ਼ਾਂ ਦੇ ਬਦਲੇ ਫੈਕਟਰਸ ਆਫ ਪ੍ਰੋਡਕਸ਼ਨ ਦੇ ਲਈ ਉਹਨੂੰ ਕੀ ਕਹਿੰਦੇ ਆ ਐਕਸਪਲੀਸਿਟ ਕਾਸਟ ਕਿਹਾ ਜਾਂਦਾ ਹੈ। Explicit cost are those cash payments which firm makes to outsider for their services and goods. ਜਦੋਂ ਇੱਕ ਫਰਮ ਆਊਟਸਾਈਡਰਸ ਨੂੰ ਉਹਨਾਂ ਦੀਆਂ ਸਰਵਿਸਿਜ਼ ਅਤੇ ਗੁੱਡਸ ਦੇ ਲਈ ਪੇਮੈਂਟ ਕਰਦੀ ਹੈ, ਕਿਸੇ ਦੂਸਰੇ ਪਰਸਨ ਨੂੰ ਪੇਮੈਂਟ ਕਰਦੀ ਆ, ਉਹ ਕੀ ਆ ਐਕਸਪਲੀਸਿਟ ਕਾਸਟ ਆ। ਫੋਰ ਐਗਜ਼ਾਮਪਲ ਇੱਕ ਫਰਮ ਆ ਲੇਬਰ ਸਰਵਿਸਿਜ਼ ਦੇ ਲਈ, ਮਟੀਰੀਅਲ ਦੇ ਲਈ, ਰॉ ਮਟੀਰੀਅਲ ਹੋ ਗਿਆ, ਟਰਾਂਸਪੋਰਟੇਸ਼ਨ ਸਰਵਿਸਿਜ਼ ਦੇ ਲਈ ਹੋ ਗਿਆ, ਪਾਵਰ ਦੇ ਲਈ, ਉਹਨਾਂ ਦੇ ਲਈ ਜਿਹੜੀ ਕੋਸਟ ਪੇਮੈਂਟ ਕਰਦੀ ਉਹ ਕਿਸੇ ਹੋਰ ਪਰਸਨ ਨੂੰ ਤਾਂ ਕਰਦੀ ਪਈ ਆ, ਠੀਕ ਆ। ਉਹ ਕੀ ਇੱਕ ਕਿਸਮ ਦੀ ਐਕਸਪਲੀਸਿਟ ਕਾਸਟ ਆ। ਸਪੋਜ਼ ਲੇਬਰ ਆ, ਲੇਬਰ ਨੂੰ ਵੇਚ ਦਿੰਦਾ ਪਿਆ, ਠੀਕ ਆ। ਰॉ ਮਟੀਰੀਅਲ ਲਈ ਕੋਸਟ, ਲੋਨਸ ਦੇ ਉੱਪਰ ਇੰਟਰਸਟ ਦੇ ਰਿਹਾ, ਡੈਪਰੀਸੀਏਸ਼ਨ ਚਾਰਜਸ, ਇਹ ਸਾਰੇ ਕੀ ਆ ਐਕਸਪਲੀਸਿਟ ਕਾਸਟ ਦੀ ਐਗਜ਼ਾਮਪਲਸ ਆ। ਐਕਸਪਲੀਸਿਟ ਕਾਸਟ ਨੂੰ ਐਬਸੋਲੂਟ ਕਾਸਟ ਅਤੇ ਆਊਟਲੇ ਕਾਸਟ ਅਤੇ ਐਕਚੁਅਲ ਕਾਸਟ ਵੀ ਕਿਹਾ ਜਾਂਦਾ। ਸਿੰਪਲ ਵਰਡਸ, ਐਕਸਪਲੀਸਿਟ ਕਾਸਟ ਕੀ ਹੁੰਦੀ ਹੈ ਕਿ ਜਦੋਂ ਇੱਕ ਫਰਮ ਪ੍ਰੋਡਕਸ਼ਨ ਕਰਨ ਦੇ ਲਈ ਮੋਨੇਟਰੀ ਪੇਮੈਂਟ ਕਿਸੇ ਦੂਸਰੇ ਆਊਟਸਾਈਡਰ ਪਰਸਨ ਨੂੰ ਪੇ ਕਰਦੀ ਹੈ ਉਹਨਾਂ ਦੀ ਸਰਵਿਸਿਜ਼ ਅਤੇ ਗੁੱਡਸ ਦੇ ਲਈ, ਉਹ ਕੀ ਆ ਐਕਸਪਲੀਸਿਟ ਕਾਸਟ। ਲਾਈਕ ਇੱਕ ਫਰਮ ਆ, ਜੇ ਇੱਕ ਉਸਨੇ ਕਿਸੇ ਪਰਸਨ ਤੋਂ ਮਸ਼ੀਨ ਹਾਰ ਲਈ ਪ੍ਰੋਡਕਸ਼ਨ ਕਰਨ ਦੇ ਲਈ, ਮਸ਼ੀਨ ਲਈ, ਉਹ ਮਸ਼ੀਨ ਦੇ ਲਈ ਜੋ ਵੀ ਉਸਨੇ ਹਾਇਰ ਕੀਤੀ, ਜੋ ਵੀ ਉਸਦਾ ਕਿਰਾਇਆ ਦੇ ਰਿਹਾ, ਠੀਕ ਆ, ਜੋ ਵੀ ਪੈਸੇ ਜੋ ਦੇ ਰਿਹਾ, ਉਹ ਕੀ ਆ ਕੋਸਟ ਆ ਉਸ ਮਸ਼ੀਨ ਦੀ, ਬਟ ਪੇ ਕਿਹਨੂੰ ਕਰ ਰਿਹਾ ਉਹ ਫਰਮ ਦੂਸਰੇ ਪਰਸਨ ਨੂੰ, ਆਊਟਸਾਈਡਰ ਨੂੰ, ਇਸ ਲਈ ਇਹ ਕਿ ਇੱਕ ਐਕਸਪਲੀਸਿਟ ਕਾਸਟ ਆ। ਨੈਕਸਟ ਇਜ਼ ਇੰਪਲੀਸਿਟ ਕਾਸਟ। Many inputs are self-owned and self-employed by the firm. The firm does not have to make any payment for them to anyone, but it forgoes the opportunity to receive payments from someone else to whom it could sell or lease out self-owned resource. In simple words, implicit cost are cost of self-owned or self-employed resource. Implicit cost ਕੀ ਹੁੰਦੀ ਆ ਕਿਸੇ ਫਰਮ ਜਾਂ ਕਿਸੇ ਐਂਟਰਪ੍ਰੇਨੋਰ ਦੇ ਸੈਲਫ ਇੰਪਲੋਇਡ ਜਿਹੜੇ ਰਿਸੋਰਸ ਹੁੰਦੇ, ਉਸਦੇ ਆਪਣੇ ਜਿਹੜੇ ਰਿਸੋਰਸ ਹੁੰਦੇ ਆ, ਉਹਨਾਂ ਦੀ ਕਾਸਟ ਨੂੰ ਇੰਪਲੀਸਿਟ ਕਾਸਟ ਕਿਹਾ ਜਾਂਦਾ ਆ। ਸਪੋਜ਼ ਇੱਕ ਪਰਸਨ ਆ, ਠੀਕ ਹੈ, ਉਸ ਕੋਲ ਆਪਣੀ ਮਸ਼ੀਨ ਆ, ਇੱਕ ਫਰਮ ਦੇ ਵਿੱਚ ਇੱਕ ਐਂਟਰਪ੍ਰੇਨੋਰ ਆ, ਠੀਕ ਹੈ, ਕਿਸੇ ਚੀਜ਼ ਦਾ, ਜਿਸ ਚੀਜ਼ ਦਾ ਉਹ ਪ੍ਰੋਡਕਸ਼ਨ ਕਰ ਲਿਆ, ਉਸ ਚੀਜ਼ ਲਈ ਜਿਹੜੀ ਮਸ਼ੀਨ ਦੀ ਉਸਨੂੰ ਜ਼ਰੂਰਤ ਆ ਉਹ ਉਸ ਕੋਲ ਪਹਿਲੀ ਹੈਗੀ, ਉਸਦੀ ਸੈਲਫ ਓਨਡ ਆਪਣੀ ਮਸ਼ੀਨ ਆ, ਠੀਕ ਹੈ। ਉਹ ਕੀ ਆ ਉਸਦੀ ਆਪਣੀ ਮਸ਼ੀਨ ਹੋਣ ਦੇ ਨਾਲ ਉਸਨੂੰ ਉਸਦੀ ਕੋਸਟ ਨਹੀਂ ਪੈ ਰਹੀ, ਠੀਕ ਆ। ਬਟ ਇੰਪਲੀਸਿਟ ਕਾਸਟ ਕੀ ਆ ਕਿ ਉਹ ਉਸ ਮਸ਼ੀਨ ਦਾ ਜਿਹੜਾ ਪ੍ਰੋਡਕਸ਼ਨ ਕਰ ਰਿਹਾ, ਅਗਰ ਉਹ ਮਸ਼ੀਨ ਉਹ ਕਿਸੇ ਹੋਰ ਨੂੰ ਦੇ ਦਿੰਦਾ, ਸਪੋਜ਼ ਕਿਸੇ ਉਹ ਹੋਰ ਪਰਸਨ ਨੂੰ ਦਿੰਦਾ, ਦੈਨ ਉਹਦੀ ਉਸ ਤੋਂ ਕੀ ਚਾਰਜ ਕਰਦਾ, ਠੀਕ ਆ, ਇੰਟਰਸਟ ਜੋ ਵੀ
ਸੋਰੀ ਉਸਨੂੰ ਅਗਰ ਉਹ ਕਿਸੇ ਮਸ਼ੀਨ ਨੂੰ ਕਿਸੇ ਦੂਸਰੇ ਪਰਸਨ ਜਾਂ ਦੂਸਰੀ ਫਰਮ ਨੂੰ ਰੈਂਟ ਦੇ ਉੱਪਰ ਦੇ ਦਿੰਦਾ, ਜੋ ਕਿ ਉਸ ਤੋਂ ਰੈਂਟ ਸਪੋਜ਼ ਉਸ ਤੋਂ ਰੈਂਟ ਮਿਲਦਾ 10,000 ਰੁਪਇਆ ਪਰ ਮੰਥ, ਅਗਰ ਉਹ ਉਸ ਮਸ਼ੀਨ ਨੂੰ ਕਿਸੇ ਦੂਸਰੀ ਫਰਮ ਨੂੰ ਦਿੰਦਾ ਹੈ ਫੋਰ ਪ੍ਰੋਡਕਸ਼ਨ ਦੇ ਲਈ, ਉਹ 10,000 ਰੁਪਇਆ ਕੀ ਆ ਉਸਦਾ ਕੋਸਟ ਆ ਉਸ ਮਸ਼ੀਨ ਦੀ, ਜੋ ਕਿ ਉਹ ਸੈਕਰੀਫਾਈਸ ਕਰ ਰਿਹਾ ਕਿਉਂਕਿ ਉਹ ਸਿਰਫ ਆਪਣੇ ਰਿਸੋਰਸ ਨੂੰ ਫੋਰ ਪ੍ਰੋਡਕਸ਼ਨ ਆਪਣੇ ਪ੍ਰੋਡਕਸ਼ਨ ਦੇ ਲਈ ਯੂਜ਼ ਕਰ ਰਿਹਾ। ਦੈਟ ਇਜ਼ ਨੋਨ ਐਜ਼ ਇੰਪਲੀਸਿਟ ਕੋਸਟ। ਇੰਪਲੀਸਿਟ ਕੋਸਟ ਸੈਲਫ ਐਮਪਲੋਇਡ ਰਿਸੋਰਸਿਸ ਹੁੰਦੇ, ਜਿਹੜੀ ਸੈਲਫ ਐਮਪਲੋਇਡ ਰਿਸੋਰਸਿਸ ਹੁੰਦੇ ਆ ਉਹਨਾਂ ਦੀ ਕੋਸਟ ਨੂੰ ਇੰਪਲੀਸਿਟ ਕੋਸਟ ਕਿਹਾ ਜਾਂਦਾ ਹੈ, ਕਿਉਂਕਿ ਇੱਕ ਐਂਟਰਪ੍ਰੀਨੋਰ ਜਿਹੜੇ ਆਪਣੇ ਰਿਸੋਰਸ ਨੂੰ ਕਿਸੇ ਦੂਸਰੇ ਪਰਸਨ ਨੂੰ ਦੇ ਕੇ ਜਿਹੜੀ ਰੈਂਟ ਜਾਂ ਇਨਕਮ ਉਸ ਤੋਂ ਰਿਸੀਵ ਕਰ ਸਕਦਾ ਆ ਉਸ ਰਿਸੋਰਸ ਦੇ ਥਰੂ, ਉਹ ਉਸਨੂੰ ਸੈਕਰੀਫਾਈਸ ਕਰਨੀ ਪੈਂਦੀ ਹੈ ਜਦੋਂ ਆਪਣੀ ਰਿਸੋਰਸ ਨੂੰ ਖੁਦ ਯੂਜ਼ ਕਰਦਾ। ਦੈਟ ਇਜ਼ ਨੋਨ ਐਜ਼ ਇੰਪਲੀਸਿਟ ਕੋਸਟ। ਨੈਕਸਟ ਇਜ਼ ਕੋਸਟ ਫੰਕਸ਼ਨ। A firm's cost function is the functional relationship between its cost and its output। cost function ਕੀ ਆ, ਜੋ ਕਿ ਰਿਲੇਸ਼ਨਸ਼ਿਪ ਸ਼ੋ ਕਰਦਾ ਆ ਬਿਟਵੀਨ ਕੋਸਟ ਐਂਡ ਆਊਟਪੁੱਟ, ਕਿਉਂਕਿ ਜਦੋਂ ਇੱਕ ਫਰਮ ਕਿਸੇ ਚੀਜ਼ ਦਾ ਪ੍ਰੋਡਕਸ਼ਨ ਕਰਦੀ ਆ, ਠੀਕ ਹੈ, ਉਸ ਚੀਜ਼ ਦਾ ਪ੍ਰੋਡਕਸ਼ਨ ਕਰਨ ਦੇ ਲਈ ਉਸਨੂੰ ਬਹੁਤ ਸਾਰੇ ਫੈਕਟਰਸ ਆਫ ਪ੍ਰੋਡਕਸ਼ਨ ਦੀ ਜ਼ਰੂਰਤ ਪੈਂਦੀ ਹੈ, ਰॉ ਮਟੀਰੀਅਲ ਦੀ, ਇਲੈਕਟ੍ਰੀਸਿਟੀ ਦੀ, ਮਸ਼ੀਨਰੀਜ਼ ਦੀ। ਉਹਨਾਂ ਸਾਰਿਆਂ ਦੇ ਲਈ ਜੋ ਉਹ ਮੋਨੀਟਰੀ ਪੇਮੈਂਟ ਕਰਦੀ ਆ ਉਹ ਕੀ ਆ ਕੋਸਟ। ਦੈਟ ਮੀਨਸ ਕੋਸਟ ਫੰਕਸ਼ਨ ਕੀ ਆ, ਕੋਸਟ ਤੇ ਆਊਟਪੁੱਟ ਦਾ ਰਿਲੇਸ਼ਨਸ਼ਿਪ। ਕੋਸਟ ਫੰਕਸ਼ਨ ਕੈਨ ਆਲਸੋ ਪਰਟੇਨ ਟੂ ਦੀ ਸ਼ਾਰਟ ਰਨ ਔਰ ਇਨ ਦੀ ਲੌਂਗ ਰਨ। ਸ਼ਾਰਟ ਪੀਰੀਅਡ ਉਹ ਪੀਰੀਅਡ ਹੁੰਦਾ ਜਿਸ ਦੇ ਵਿੱਚ ਜਿਹੜੇ ਕੁਝ ਫੈਕਟਰਸ ਆਫ ਪ੍ਰੋਡਕਸ਼ਨ ਵੇਰੀਏਬਲ ਹੁੰਦੇ ਆ ਐਂਡ ਕੁਝ ਫੈਕਟਰਸ ਆਫ ਪ੍ਰੋਡਕਸ਼ਨ ਫਿਕਸਡ ਹੁੰਦੇ ਆ। ਸ਼ਾਰਟ ਪੀਰੀਅਡ ਦੇ ਵਿੱਚ ਜਦੋਂ ਇੱਕ ਫਰਮ ਆਪਣੇ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ ਚਾਹੁੰਦੀ ਆ ਤਾਂ ਉਹ ਕੀ ਕਰ ਸਕਦੀ ਆ, ਕਿਉਂਕਿ ਫਿਕਸਡ ਫੈਕਟਰ ਦੀ ਕੁਆਂਟੀਟੀ ਨੂੰ ਇਨਕਰੀਜ਼ ਨਹੀਂ ਕੀਤਾ ਜਾ ਸਕਦਾ ਸ਼ਾਰਟ ਪੀਰੀਅਡ ਦੇ ਵਿੱਚ, ਇਸ ਲਈ ਉਹ ਵੇਰੀਏਬਲ ਫੈਕਟਰਸ ਨੂੰ ਕੁਝ ਹੱਦ ਤੱਕ ਇਨਕਰੀਜ਼ ਕਰਕੇ ਆਪਣੇ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੀ ਆ। ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ ਲਾਈਕ ਹੋ ਗਏ, ਲੇਬਰ ਨੂੰ ਇਨਕਰੀਜ਼ ਕਰ ਸਕਦੀ ਆ, ਰॉ ਮਟੀਰੀਅਲ ਇਨਕਰੀਜ਼ ਕਰ ਸਕਦੀ ਆ। ਇਹ ਸਾਰੇ ਕੀ ਆ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ, ਜਿਨ੍ਹਾਂ ਨੂੰ ਚੇਂਜ ਕੀਤਾ ਜਾ ਸਕਦਾ ਸ਼ਾਰਟ ਪੀਰੀਅਡ ਦੇ ਵਿੱਚ। In short period, output can be increased only up to the existing plant capacity। ਜਿੰਨੇ ਪਲਾਂਟ ਦੀ ਐਗਜ਼ਿਸਟਿੰਗ ਕੈਪੈਸਿਟੀ ਆ ਉਨਾ ਹੀ ਆਊਟਪੁੱਟ ਨੂੰ ਸ਼ਾਰਟ ਪੀਰੀਅਡ ਦੇ ਵਿੱਚ ਇਨਕਰੀਜ਼ ਕੀਤਾ ਜਾਂਦਾ ਹੈ। ਐਂਡ ਲੌਂਗ ਪੀਰੀਅਡ ਉਹ ਟਾਈਮ ਪੀਰੀਅਡ ਹੁੰਦਾ ਹੈ ਜਿਸ ਦੇ ਵਿੱਚ ਜਿਹੜੇ ਸਾਰੇ ਇਨਪੁਟਸ ਆ ਵੇਰੀਏਬਲਸ ਹੁੰਦੇ ਆ, ਕੋਈ ਵੀ ਜਿਹੜਾ ਇਨਪੁਟਸ ਆ ਫਿਕਸ ਨਹੀਂ ਹੁੰਦਾ ਲੌਂਗ ਰਨ ਦੇ ਵਿੱਚ। ਲੌਂਗ ਰਨ ਦੇ ਵਿੱਚ ਫਰਮਸ ਕੀ ਆ ਨਿਊ ਪਲਾਂਟਸ ਨੂੰ ਅਸਟੈਬਲਿਸ਼ ਕਰ ਸਕਦੀ ਆ ਐਂਡ ਓਲਡ ਵਨਸ ਨੂੰ ਡਿਸਕੰਟੀਨਿਊ ਮਤਲਬ ਕਿ ਉਹਨਾਂ ਨੂੰ ਬੰਦ ਕਰ ਸਕਦੀ ਆ। ਫਰੋਮ ਦਾ ਵਿਊ ਪੁਆਇੰਟ ਆਫ ਐਨ ਇੰਡਸਟਰੀ, ਲੌਂਗ ਰਨ ਦੇ ਵਿੱਚ ਇਨਫ ਟਾਈਮ ਹੁੰਦਾ ਆ ਕਿ ਕੋਈ ਵੀ ਫਰਮ ਐਗਜ਼ਿਟ ਕਰ ਸਕਦੀ ਆ ਇੰਡਸਟਰੀ ਦੇ ਵਿੱਚ ਐਂਡ ਕੋਈ ਵੀ ਉਸਨੂੰ ਲੀਵ ਕਰਕੇ ਜਾ ਸਕਦੀ ਆ। ਦੈਟ ਮੀਨਸ ਕਿ ਲੌਂਗ ਰਨ ਦੇ ਵਿੱਚ ਇੱਕ ਫਰਮ ਜਾਂ ਇੰਡਸਟਰੀ ਅਗਰ ਆਪਣੇ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ ਚਾਹੁੰਦੀ ਆ ਤਾਂ ਸਾਰੇ ਫੈਕਟਰਸ ਨੂੰ ਕਿਉਂਕਿ ਸਾਰੇ ਫੈਕਟਰਸ ਲੌਂਗ ਰਨ ਦੇ ਵਿੱਚ ਵੇਰੀਏਬਲ ਹੁੰਦੇ ਆ, ਉਹਨਾਂ ਨੂੰ ਚੇਂਜ ਕੀਤਾ ਜਾ ਸਕਦਾ ਹੈ। ਜਿਵੇਂ ਜਿਵੇਂ ਪ੍ਰੋਡਕਸ਼ਨ ਵਿੱਚ ਚੇਂਜ ਆਉਂਦਾ ਉਸੇ ਤਰੀਕੇ ਦੇ ਨਾਲ ਅਸੀਂ ਆਪਣੇ ਫੈਕਟਰਸ ਆਫ ਪ੍ਰੋਡਕਸ਼ਨ ਦੇ ਵਿੱਚ ਵੀ ਚੇਂਜ ਕਰ ਸਕਦੇ ਹਾਂ। ਸ਼ਾਰਟ ਰਨ ਦੇ ਵਿੱਚ ਕੁਝ ਫੈਕਟਰਸ ਫਿਕਸ ਹੁੰਦੇ ਆ ਐਂਡ ਕੁਝ ਵੇਰੀਏਬਲ ਹੁੰਦੇ ਆ, ਬਟ ਲੌਂਗ ਰਨ ਦੇ ਵਿੱਚ ਜਿਹੜੇ ਸਾਰੇ ਫੈਕਟਰਸ ਆਫ ਪ੍ਰੋਡਕਸ਼ਨ ਜਾਂ ਇਨਪੁਟਸ ਉਹ ਸਾਰੇ ਦੇ ਸਾਰੇ ਵੇਰੀਏਬਲਸ ਹੁੰਦੇ ਆ। ਕੋਸਟ ਫੰਕਸ਼ਨ ਨੂੰ ਵੀ ਅਸੀਂ ਸ਼ਾਰਟ ਰਨ ਅਤੇ ਲੌਂਗ ਰਨ ਦੇ ਵਿੱਚ ਦੋਨਾਂ ਵਿੱਚ ਸਟੱਡੀ ਕਰਾਂਗੇ। The short run may be of a few weeks or few years depending upon the time required to increase the supply of fixed factor in the firm concerned। ਜਿਹੜਾ ਸ਼ਾਰਟ ਰਨ ਆ ਉਹ ਕੁਝ ਵੀਕਸ ਦਾ ਵੀ ਹੋ ਸਕਦਾ ਹੈ ਜਾਂ ਕੁਝ ਈਅਰਸ ਦਾ ਵੀ, ਉਹ ਕਿਸ ਚੀਜ਼ 'ਤੇ ਡਿਪੈਂਡ ਕਰਦਾ ਹੈ ਕਿ ਜਿਹੜਾ ਫਿਕਸ ਫੈਕਟਰ ਦੀ ਸਪਲਾਈ ਨੂੰ ਇਨਕਰੀਜ਼ ਕਰਨ ਦੇ ਲਈ ਟਾਈਮ ਕਿੰਨਾ ਚਾਹੀਦਾ ਹੈ, ਉਸ ਚੀਜ਼ ਦੇ ਉੱਪਰ ਡਿਪੈਂਡ ਕਰਦਾ ਸ਼ਾਰਟ ਰਨ ਦਾ ਟਾਈਮ ਪੀਰੀਅਡ।